ਸ਼ਲੋਕ ਮਹਲਾ ਪਹਿਲਾ। ਮੁਸਲਮਾਨਾ ਸਿਫਤ ਸ਼ਰੀਅਤ, ਪੜ ਪੜ ਕਰੇ ਵਿਚਾਰ। ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਵੇਖਣ ਕਉ ਦੀਦਾਰ। ਹਿੰਦੂ ਸਾਲਾ ਹੀ ਸਾਲਾਹਣ, ਦਰਸ਼ਨ ਰੂਪ ਅਪਾਰ। ਤੀਰਥ ਨਾਵੇਂ ਅਰਚਾ ਪੂਜਾ, ਅਗਰਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੀਤੇ, ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਸਤਿਆਂ ਮਨ ਸੰਤੋਖ ਉਪਜੈ, ਦੇਣੇ ਕੈ ਵਿਚਾਰ। ਦੇ ਦੇ ਮੰਗੈ ਸਹਸਾ ਗੁਣਾ, ਸ਼ੁਭ ਕਰੇ ਸੰਸਾਰ। ਚੋਰਾਂ ਜਾਰਾਂ ਤੇ ਕੁੜਿਆਰਾਂ, ਖਰਾਬਾ ਵੇਕਾਰ। ਇੱਕ ਹੁੰਦਾ ਖਾਏ ਚਲੈ ਐਥਾਉ, ਤਿਨਾ ਪਿਕਾਈ ਕਾਰ। ਜਲ ਤਲ ਜੀਆਂ ਪੁਰੀਆਂ ਲੂਆਂ, ਆਕਾਰਾਂ ਆਕਾਰ। ਓਏ ਜੇ ਆਖੈ ਸੋ ਤੂੰ ਹੈ ਜਾਣੈ, ਤਿਨਾ ਭੇਦ ਤੇਰੀ ਸਾਰ। ਨਾਨਕ ਭਗਤਾਂ ਭੁਖ ਸਾਲਾਹਣ, ਸਚ ਨਾਮ ਆਧਾਰ। ਸਦਾ ਆਨੰਦ ਰਹੈ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਮਹਲਾ ਪਹਿਲਾ। ਮਿੱਟੀ ਮੁਸਲਮਾਨ ਕੀ, ਪੀੜੈ ਪਈ ਘੁਮਿਆਰ। ਘੜ ਭਾਂਡੇ ਟਾਂਕੀਆਂ, ਜਲਦੀ ਕਰੇ ਪੁਕਾਰ। ਜਲ ਜਲ ਰੋਵੈ ਬਪੋੜੀ, ਝੜ ਝੜ ਪਵੇਂ ਅੰਗਿਆਰ। ਨਾਨਕ ਜਿਨ ਕਰਤੈ ਕਾਰਣ ਕੀਆ, ਸੋ ਜਾਣੈ ਕਰਤਾਰ। ਪੌੜੀ। ਬਿਨ ਸਤਿਗੁਰ ਕਿਨੇ ਨ ਪਾਇਓ, ਬਿਨ ਸਤਿਗੁਰ ਕਿਨੇ ਨ ਪਾਇਆ। ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਰਾਜਾ ਨਾ ਰਾਜ, ਪਾਨਾ ਨਾ ਪਾਨ, ਦੇਵਾ ਨਾ ਦੇਵ, ਉਪਮਾ ਮਹਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਜੁੜ ਬੈਠੇ ਗੁਰਸਿੱਖ ਪਿਆਰ ਵਾਲੇ ਵਡਭਾਗੇ ਹੋ ਸਤਿਗੁਰਾਂ ਦੇ ਦਰ ਤੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਬੈਠ ਕਰਕੇ ਹਰ ਜਸ ਕਰਨ ਦੇ ਵਾਸਤੇ ਸਤਿਗੁਰਾਂ ਦੀ ਹਜ਼ੂਰੀ ਅੰਦਰ ਜੁੜ ਬੈਠਣਾ ਕਰ ਰਹੇ ਹੋ। ਨਿਤਨੇਮ ਦੀਆਂ ਹਾਜ਼ਰੀਆਂ ਆਪ ਜੀ ਨੇ ਭਰਨਾ ਕੀਤੀਆਂ ਨੇ। ਲੜੀਵਾਰ ਚੱਲ ਰਹੀ ਗੁਰਸ਼ਬਦ ਵਿਚਾਰ ਦੇ ਅੰਦਰ ਕੱਲ੍ਹ ਦੇ ਦੀਵਾਨ ਦੇ ਅੰਦਰ ਅਸੀਂ ਆਸਾ ਕੀ ਵਾਰ ਦੀਆਂ 5 ਪੌੜੀਆਂ ਤੇ ਸ਼ਲੋਕ ਵਿਚਾਰੇ ਸਨ। ਅੱਜ 6ਵੀਂ ਪੌੜੀ ਦੀ ਤੇ ਨਾਲ ਸ਼ਲੋਕਾਂ ਦੀ ਵਿਚਾਰ ਕਰਨੀ ਹੈ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਹਾਜ਼ਰੀ ਲਵਾਉਂਦੀਆਂ ਹੋਈਆਂ ਗੁਰਫਤਿਹ ਪ੍ਰਵਾਨ ਕਰਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਦੋਵੇਂ ਸ਼ਲੋਕ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਤੇ ਪੌੜੀ ਵੀ ਗੁਰਦੇਵ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਗੁਰਦੇਵ ਪਾਤਸ਼ਾਹ ਸਮਝਾਉਂਦਿਆਂ ਹੋਇਆਂ ਹਰ ਮਤ ਦੀ ਗੱਲ ਸਮਝਾ ਕੇ ਅਸਲੀਅਤ ਤੱਤ ਤੱਕ ਪਹੁੰਚਾਉਣ ਦੀ ਗੱਲ ਕਰਦੇ ਪਏ ਨੇ। ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਮਝਾਉਣ ਲੱਗੇ। ਸ਼ਲੋਕ ਮਹਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਨ ਲੱਗੇ। ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ। ਸਾਹਿਬ ਕਹਿਣ ਲੱਗੇ ਮੁਸਲਮਾਨ ਧਰਮ ਦੇ ਲੋਕ ਸ਼ਰੀਅਤ ਤੋਂ ਭਾਵ ਹੈ ਸ਼ਰ੍ਹਾ। ਉਹ ਆਪਣੇ ਧਰਮ ਦੀਆਂ ਪੁਸਤਕਾਂ ਪੜ੍ਹਦੇ ਨੇ, ਗਹੁ ਦੇ ਨਾਲ ਪੜ੍ਹਦੇ ਨੇ, ਵਿਚਾਰਦੇ ਨੇ। ਸਿਫਤ ਸ਼ਰੀਅਤ, ਉਸ ਸ਼ਰੀਅਤ ਦੀ ਸਿਫਤ ਸਲੋਤਾ ਹਰ ਥਾਂ ਦੇ ਉੱਤੇ ਕਰਦੇ ਨੇ। ਜਿਵੇਂ ਅਸੀਂ ਜਿੱਥੇ ਵੀ ਜਾਈਦਾ ਗੁਰਬਾਣੀ ਦੀ ਗੱਲ ਕਰੀਦੀ ਹੈ, ਉਹ ਆਪਣੀ ਸ਼ਰ੍ਹਾ ਦੀ ਗੱਲ ਕਰਦੇ ਨੇ। ਪੜ੍ਹ ਪੜ੍ਹ ਕਰੇ ਵਿਚਾਰ, ਉਹ ਪੜ੍ਹਦੇ ਵੀ ਨੇ ਤੇ ਉਹਨਾਂ ਦੇ ਉੱਤੇ ਵਿਚਾਰਾਂ ਵੀ ਕਰਦੇ ਨੇ, ਵਿਚਾਰਦੇ ਵੀ ਨੇ ਉਹਨਾਂ ਨੂੰ, ਸ਼ਰ੍ਹਾ ਨੂੰ, ਕਿ ਸਾਨੂੰ ਮੁਹੰਮਦ ਪਾਕ ਵੱਲੋਂ ਜੋ ਬਚਨ ਆਖਣਾ ਕੀਤੇ ਨੇ, ਉਹਨਾਂ ਬਚਨਾਂ ਦੇ ਉੱਤੇ ਅਸੀਂ ਕਿਵੇਂ ਕਿਵੇਂ ਚੱਲਣਾ ਹੈ, ਉਹਦੇ ਬਾਰੇ ਉਹ ਆਪਣੇ ਜੀਵਨ ਦੇ ਅੰਦਰ ਉਹ ਕਰਮ ਧਾਰਨ ਕਰਦੇ ਨੇ। ਬੰਦੇ ਸੇ ਜੇ ਪਵੇਂ ਵਿੱਚ ਬੰਦੇ, ਵੇਖਣ ਕਉ ਦੀਦਾਰ। ਦੇਖੋ ਗੁਰਦੇਵ ਪਾਤਸ਼ਾਹ ਨੇ ਇੱਕ ਗੱਲ ਇੱਥੇ ਪਹਿਲਾਂ ਸਪਸ਼ਟ ਕਰ ਦਿੱਤੀ। ਅਸਲ ਦੇ ਵਿੱਚ ਬੰਦਾ ਉਹ ਹੈ ਜਿਹੜਾ ਬੰਦਗੀ, ਗੁਰਦੇਵ ਪਾਤਸ਼ਾਹ ਇੱਕ ਤਾਂ ਹੋਰ ਬੰਦੇ ਦੀ ਸਿਫਤ ਸਲੋਤਾ ਕਰਦੇ ਨੇ ਕਿ ਬੰਦੀ ਅੰਦਰ ਸਿਫਤ ਕਰਾਵੇਂ ਤਾਂ ਕੋ ਕਹੀਏ ਬੰਦਾ, ਕਿ ਜਿਹੜਾ ਬੰਦਿਸ਼ ਦੇ ਵਿੱਚ ਰਹਿ ਕੇ ਆਪਣਾ ਜੀਵਨ, ਕਿਸੇ ਅਕੀਦੇ ਦੇ ਵਿੱਚ ਰਹਿ ਕੇ ਆਪਣਾ ਜੀਵਨ ਜਿਉਂਦਾ ਹੈ, ਜਿਹੜੀਆਂ ਆਪਣੀਆਂ ਸੀਮਾਵਾਂ ਦੇ ਵਿੱਚ ਰਹਿ ਕੇ ਆਪਣਾ ਜੀਵਨ ਜਿਉਂਦਾ ਹੈ, ਅਸਲੀਅਤ ਦੇ ਵਿੱਚ ਉਹ ਬੰਦਾ ਹੈ, ਉਹ ਮਨੁੱਖ ਹੈ ਜਿਹੜਾ ਸਾਰਿਆਂ ਨੂੰ ਇੱਕ ਅਸਲੀਅਤ ਦੇ ਵਿੱਚ, ਇੱਕ ਬੰਦਿਸ਼ ਦੇ ਵਿੱਚ ਲੈ ਕੇ ਲੋਕਾਂ ਨੂੰ ਦੱਸਦਾ ਹੈ ਜੀਵਨ ਜਿਉਣਾ, ਉਹ ਬੰਦਾ ਹੈ। ਤੇ ਸਾਹਿਬ ਕਹਿੰਦਾ ਬੰਦੇ ਸੀ ਜੇ ਪਵੇਂ ਵਿੱਚ ਬੰਦੀ। ਅਸਲ ਦੇ ਵਿੱਚ ਬੰਦੇ ਉਹ ਹੈ ਜਿਹੜੇ ਬੰਦਿਸ਼ ਦੇ ਵਿੱਚ ਰਹਿੰਦੇ ਨੇ। ਬੰਦੇ ਆਮ ਇਨਸਾਨ ਤੌਰ 'ਤੇ ਹੀ ਆ ਗਏ ਫਲਾਣਾ ਬੰਦਾ ਹੈ, ਫਲਾਣਾ ਬੰਦਾ ਹੈ, ਲੇਕਿਨ ਅਸਲ ਦੇ ਵਿੱਚ ਬੰਦਾ ਉਹ ਹੈ ਜਿਹੜਾ ਬੰਦਿਸ਼ ਦੇ ਵਿੱਚ ਰਹਿੰਦਾ ਹੈ, ਪਰਮਾਤਮਾ ਦੀ ਬੰਦਿਸ਼ ਦੇ ਵਿੱਚ। ਵੇਖਣ ਕਉ ਦੀਦਾਰ, ਭਾਵੇਂ ਉਹ ਕਿਸੇ ਵੀ ਧਰਮ ਦੇ ਵਿੱਚ ਹੋਵੇ ਤੇ ਉਹ ਦੀਦਾਰ ਮਾਲਕ ਦਾ ਕਰਨ ਦੀ ਬੰਦਿਸ਼ ਦੇ ਵਿੱਚ ਹੋਵੇ, ਮਾਲਕ ਦੇ ਦਰਸ਼ਨ ਦੀਦਾਰ ਕਰਨੇ ਚਾਹੁਣ ਦੇ ਵਿੱਚ ਉਹ ਜੀਵਨ ਦੇ ਵਿੱਚ ਕੁਝ ਨਾ ਕੁਝ ਇਹੋ ਜਿਹੀ ਪ੍ਰਾਪਤੀ ਕਰੇ ਕਿ ਉਹਨੂੰ ਪਰਮਾਤਮਾ ਦੇ ਦਰਸ਼ਨ ਹੋਣ। ਤਾਂ ਜਾ ਕੇ ਗੱਲ, ਜੇਕਰ ਉਹ ਮੁਸਲਮਾਨ ਹੈ ਤੇ ਆਪਣੀ ਸ਼ਰੀਅਤ ਦੀ ਅਨੁਸਾਰ ਚੱਲ ਕੇ ਉਹਦੀ ਸਿਫਤ ਸਲੋਤਾ ਕਰਕੇ ਅੱਲਾ ਪਾਕ ਤੱਕ ਪਹੁੰਚੇ। ਹੁਣ ਦੂਸਰੀ ਜਿਹੜੀ ਗੱਲ ਕੀਤੀ, ਹਿੰਦੂ ਸਾਲਾਹੀ ਸਾਲਾਹਣ, ਦਰਸ਼ਨ ਰੂਪ ਅਪਾਰ। ਹਿੰਦੂ ਧਰਮ ਦੇ ਲੋਕ ਜਿਹੜੇ ਸਲਾਹੁਣਾ ਕਰਦੇ ਨੇ, ਸਿਫਤ ਸਲੋਤਾ ਕਰਦੇ ਨੇ, ਉਹ ਕੇਵਲ ਤੇ ਕੇਵਲ ਉਹਨਾਂ ਦੇ ਜਿਹੜੇ ਖਟ ਦਰਸ਼ਨ ਨੇ, ਛੇ ਸ਼ਾਸਤਰ ਨੇ, ਜਿਨ੍ਹਾਂ ਨੂੰ ਇਵੇਂ ਕਹਿ ਲਈ ਕਿ ਉਹਨਾਂ ਦੇ ਧਰਮ ਦੇ ਗ੍ਰੰਥਾਂ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ, ਛੇ ਦਰਸ਼ਨਾਂ ਦੇ ਵਿੱਚ ਪਰਮਾਤਮਾ ਦੇ ਰੂਪਾਂ ਨੂੰ ਦਰਸਾਉਣ ਦੀ ਗੱਲ ਕੀਤੀ ਹੈ। ਸਾਹਿਬ ਕਹਿਣ ਲੱਗੇ ਜੇਕਰ ਹਿੰਦੂ ਹੈ ਤੇ ਉਹ ਆਪਣੇ ਧਰਮ ਦੇ ਗ੍ਰੰਥਾਂ ਨੂੰ ਪੜ੍ਹੇ। ਦੇਖੋ ਕਿਤੇ ਵੀ ਤੁਹਾਨੂੰ ਗੁਰਬਾਣੀ ਦੇ ਅੰਦਰ ਜਾਂ ਗੁਰਮਤਿ ਦੇ ਅੰਦਰ, ਕਿਸੇ ਵੀ ਧਰਮ ਦੇ ਅੰਦਰ ਵੀ ਇਹ ਨਹੀਂ ਲਿਖਿਆ ਕਿ ਤੁਸੀਂ ਮੂਰਤੀ ਪੂਜਾ ਕਰੋ, ਜਾਂ ਤੁਸੀਂ ਮੜੀਆਂ ਦੀ ਪੂਜਾ ਕਰੋ, ਜਾਂ ਤੁਸੀਂ ਕਬਰਾਂ ਦੀ ਪੂਜਾ ਕਰੋ। ਹਰ ਧਰਮ ਦੇ ਵਿੱਚ ਇਹੀ ਗੱਲ ਲਿਖੀ ਹੈ ਕਿ ਤੁਸੀਂ ਉਸ ਦੇ ਅਸਲੀ ਮੂਲ ਮੰਤਰ, ਜਿਵੇਂ ਅਸੀਂ ਪਹਿਲੀ ਪੰਕਤੀ ਦੇ ਅੰਦਰ ਗੱਲ ਕੀਤੀ, ਉਹਨਾਂ ਨੇ ਆਖਿਆ ਤੁਸੀਂ ਸ਼ਰ੍ਹਾ ਦੇ ਧਾਰਨੀ ਹੋਵੋ।
ਹੁਣ ਉੱਥੇ ਹਿੰਦੂਆਂ ਦੀ ਗੱਲ ਕੀਤੀ, ਉਹਨਾਂ ਨੇ ਆਖਿਆ ਤੁਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹੋ, ਦਰਸ਼ਨਾਂ ਨੂੰ, ਦਰਸ਼ਨ ਰੂਪ ਅਪਾਰ। ਤੁਸੀਂ ਛੇ ਸ਼ਾਸਤਰ ਪੜ੍ਹੋਗੇ ਨਾ, ਜੇ 4 ਵੇਦ ਪੜ੍ਹੋਗੇ, ਉਹਨਾਂ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਹੋਣਗੇ। ਹਿੰਦੂ ਸਾਲਾ ਹੀ ਸਾਲਾ ਹੁਣ ਦਰਸ਼ਨ ਰੂਪ ਅਪਾਰ, ਤੀਰਥ ਨਾਮੈ ਅਰਚਾ ਪੂਜਾ ਅਗਰਵਾਸ ਬਹਿਕਾਰ। ਸਾਹਿਬ ਕਹਿਣ ਲੱਗੇ ਤੁਸੀਂ ਤੀਰਥਾਂ ਦੇ ਉੱਤੇ ਨਹਾਉਂਦੇ ਹੋ, ਪੂਜਾ ਅਰਚਨਾ ਵੀ ਕਰਦੇ ਹੋ, ਅਗਰਵਾਸ ਬਹਿਕਾਰ, ਹੋਰ ਦੁਨੀਆਦਾਰੀ ਤੌਰ ਦੇ ਉੱਤੇ ਤੁਸੀਂ ਸੁਗੰਧੀਆਂ ਵੀ ਭਾਵ ਕਿ ਚੰਦਨ ਦੀ ਲੱਕੜ ਇਤਿਆਦਿਕ ਮਸਤਕ ਦੇ ਉੱਤੇ ਲਾਉਂਦੇ ਹੋ, ਹੋਰ ਸੁਗੰਧੀਆਂ ਨੂੰ ਵੀ ਅੱਗ ਦੇ ਵਿੱਚ ਬਾਲ ਕੇ ਹਵਨ ਜਗ ਵੀ ਕਰਦੇ ਹੋ। ਇਹ ਸਾਰੇ ਇਨਸਾਨ ਕਰਮ ਕਰ ਲਵੇ। ਸਾਹਿਬ ਅਗਲੀ ਗੱਲ ਕਰਨ ਲੱਗੇ, ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਕਹਿੰਦੇ ਬੇਸ਼ੱਕ ਜੋਗੀ ਲੋਕ ਸੁਨ ਧਾਰਨ ਕਰਕੇ, ਭਾਵ ਕਿ ਜਦੋਂ ਅਸੀਂ ਨਾਮ ਸਿਮਰਨ ਕਰਕੇ ਚੌਂਕੜਾ ਮਾਰ ਕੇ ਜਦੋਂ ਜ਼ਿਆਦਾ ਦੇਰ ਤੱਕ ਇੱਕ ਥਾਂ 'ਤੇ ਸਮਾਧੀ ਲਾ ਕੇ ਬੈਠਾਂਗੇ, ਸਾਡਾ ਸਰੀਰ ਥੱਲਿਓਂ ਉੱਪਰ ਨੂੰ ਜਾਂਦੇ ਜਾਂਦਾ ਸੁੰਨ ਹੋਣਾ ਸ਼ੁਰੂ ਹੋ ਜਾਂਦਾ। ਉਸ ਨੂੰ ਸੁੰਨ ਦੀ ਅਵਸਥਾ ਇਹੋ ਜਿਹੀ ਜਦੋਂ ਤੁਸੀਂ ਹੱਥ ਵੀ ਨਹੀਂ ਹਿਲਾ ਸਕਦੇ, ਪੈਰ ਵੀ ਨਹੀਂ ਹਿਲਾ ਸਕਦੇ, ਤੁਸੀਂ ਬੋਲ ਵੀ ਨਹੀਂ ਸਕਦੇ, ਬਿਲਕੁਲ ਜਦੋਂ ਸੁੰਨ ਦੀ ਸਮਾਧੀ ਦੇ ਵਿੱਚ ਹੋ ਜਾਂਦਾ। ਸਾਹਿਬ ਕਹਿੰਦੇ ਜੋਗੀ ਸੁੰਨ ਧਿਆਵਨ ਜੇਤੇ। ਕਹਿਣ ਲੱਗੇ ਪਤਾ ਨਹੀਂ ਦੁਨੀਆ ਦੇ ਉੱਤੇ ਕਿੰਨੇ ਕੁ ਜੋਗੀ ਐਸੇ ਨੇ ਜਿਹੜੇ ਸੁੰਨ ਦੀ ਸਮਾਧੀ ਲਾ ਕੇ ਬੈਠੇ ਹੋਏ ਨੇ। ਜੇਤੇ ਅਲਖ ਨਾਮ ਕਰਤਾਰ, ਅਲਖ ਤੋਂ ਭਾਵ ਜਿਹੜਾ ਲਖਿਆ ਨਾ ਜਾ ਸਕਦਾ, ਜਿਸ ਨੂੰ ਬਿਆਨ ਨਾ ਕੀਤਾ ਜਾ ਸਕਦਾ ਹੋਵੇ, ਉਸ ਪਰਮਾਤਮਾ ਦੇ ਨਾਮ ਨੂੰ ਧਿਆਉਣ ਵਾਲੇ ਪਤਾ ਨਹੀਂ ਦੁਨੀਆ ਦੇ ਉੱਤੇ ਕਿੰਨੇ ਕੁ ਜੋਗੀ ਬੈਠੇ ਨੇ। ਲੇਕਿਨ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਅਤੇ ਉਹ ਪ੍ਰਭੂ ਪਰਮਾਤਮਾ ਬਿਲਕੁਲ ਸੂਖਮ ਹੈ, ਲੇਕਿਨ ਉਸ ਸੂਖਮ ਨੇ ਕਾਇਆ ਦਾ ਰੂਪ ਧਾਰਨ ਕੀਤਾ ਹੈ। ਕਾਇਆ ਤੋਂ ਭਾਵ ਸਾਡਾ ਸਰੀਰ, ਆਤਮਾ ਬਿਲਕੁਲ ਸੂਖਮ ਹੈ, ਲੇਕਿਨ ਉਹ ਸਾਡਾ ਪੂਰਾ ਸਰੀਰ ਧਾਰਨ ਕਰਕੇ ਸਾਡੇ ਹਰੇਕ, ਜਿਵੇਂ ਅਸੀਂ ਅੱਖ ਦੀ ਝਪਕ ਚੱਲਣ ਰਹੇ ਹਾਂ ਜਾਂ ਕੰਨਾਂ ਦੇ ਨਾਲ ਸੁਣ ਰਹੇ ਹਾਂ ਜਾਂ ਮੂੰਹ ਜ਼ੁਬਾਨ ਦੇ ਨਾਲ ਬੋਲ ਰਹੇ ਹਾਂ, ਉਹ ਸਾਰੇ ਦੇ ਵਿੱਚ ਪਰਮਾਤਮਾ ਹੈ। ਉਹ ਸਾਰਾ ਹੈ ਤੇ ਸੂਖਮ ਹੈ, ਲੇਕਿਨ ਸਾਰੇ ਸਰੀਰ ਦੇ ਵਿੱਚ ਉਹ ਵਿਜ਼ੀਬਲ ਹੋ ਕਰਕੇ ਦਿਖਾਈ ਨਹੀਂ ਦੇ ਰਹੀ। ਲੇਕਿਨ ਸਾਰੇ ਸਰੀਰ ਦੇ ਵਿੱਚ ਪੈਰ ਤੋਂ ਲੈ ਕੇ ਉੱਤੇ ਤੱਕ, ਭਾਵ ਕਿ ਜੇਕਰ ਅੰਗੂਠੇ ਦੇ ਉੱਤੇ ਕੀੜੀ ਚੁੰਡੀ ਵੜ ਜਾਏ ਤਾਂ ਉਸੇ ਵੇਲੇ ਪਤਾ ਲੱਗ ਜਾਂਦਾ ਹੈ ਤਾਂ ਸਾਰੇ ਸਰੀਰ ਦੇ ਵਿੱਚ ਹੈ, ਸੂਖਮ ਹੈ, ਲੇਕਿਨ ਕਾਇਆ ਦਾ ਆਕਾਰ, ਸਾਰੇ ਸਰੀਰ ਦਾ ਆਕਾਰ ਲੈ ਕੇ ਪਰਮਾਤਮਾ ਬੈਠਾ ਹੋਇਆ ਹੈ। ਕਾਇਆ ਅਲਖ ਨਾਮ ਕਰਤਾ, ਕਾਇਆ ਕਾ ਆਕਾਰ, ਕਾਇਆ ਦਾ ਆਕਾਰ ਬਣਾ ਕੇ ਉਹ ਪ੍ਰਭੂ ਪਰਮਾਤਮਾ ਬੈਠਾ ਹੋਇਆ ਹੈ ਤਾਂ ਸੂਖਮ ਹੈ, ਲੇਕਿਨ ਮੂਰਤ ਪ੍ਰਭੂ ਪਰਮਾਤਮਾ ਦੀ ਆਪ ਬਿਰਾਜਮਾਨ ਹੋਈ ਹੈ। ਸਤੀਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ। ਸਤੀ ਤੋਂ ਭਾਵ ਹੈ ਇੱਥੇ, ਸਤੀਆਂ ਇੱਥੇ ਭਾਵ ਹੈ ਦਾਨ ਦੇਵਣ ਵਾਲੇ। ਸਤੀਆਂ ਦੀ ਉਹ ਨਹੀਂ ਗੱਲ ਕਿ ਜਿਹੜੇ ਮੜਿਆਂ ਨਾਲ ਲੱਗ ਕੇ ਸੜ ਜਾਣ ਵਾਲੇ ਸਤੀਆਂ, ਇਹ ਨਾ ਆਖੀਏ ਜੋ ਮੜਿਆਂ ਲੱਗ ਜਲਨ। ਸਤੀਆਂ ਉਹ ਨਹੀਂ ਜਿਹੜੀਆਂ ਮੜੀਆਂ ਦੇ ਨਾਲ ਜੇ ਪਤੀ ਮਰ ਜਾਂਦਾ ਤਾਂ ਉਹਦੇ ਕਬਰ, ਉਹਦੀ ਸਮਾਧ ਦੇ ਉੱਤੇ ਸੜ ਕੇ ਨਾਲ ਹੀ ਚਿਖਾ ਦੇ ਵਿੱਚ ਸੜ ਕੇ ਮਰ ਜਾਣ ਵਾਲੀ ਨੂੰ ਸਤੀ ਨਹੀਂ ਆਖਿਆ ਗਿਆ। ਇੱਥੇ ਸਤੀ ਉਹਨਾਂ ਨੂੰ ਆਖਿਆ ਗਿਆ ਹੈ, ਸਤੀਆਂ ਮਨ ਸੰਤੋਖ ਉਪਜੈ, ਜਿਹੜੇ ਦਾਨ ਦੇਣ ਵਾਲੇ ਨੇ ਉਹਨਾਂ ਨੂੰ ਦਾਨ ਦੇ ਕੇ ਮਨ ਨੂੰ ਸੰਤੋਖ ਪੈਦਾ ਹੁੰਦਾ ਹੈ ਕਿ ਮੈਂ ਬੜਾ ਦਾਨ ਕਰਤਾ, ਚਲੋ ਸਕੂਨ ਹੋ ਜਾਂਦਾ ਹੈ ਕਿ ਮੈਂ ਆਹ ਚੀਜ਼ਾਂ ਦਾ ਦਾਨ ਕੀਤਾ ਹੈ। ਦੇਖੋ ਸਾਹਿਬ ਕਹਿਣ ਲੱਗੇ ਦਾਨ ਕਰਨ ਦੇ ਨਾਲ ਸੰਤੋਖ ਪੈਦਾ ਨਹੀਂ ਹੋਣਾ, ਲੇਕਿਨ ਦਾਨ ਕਰਨ ਦੇ ਨਾਲ ਸਾਰਾ ਕੁਝ ਪ੍ਰਾਪਤ ਵੀ ਨਹੀਂ ਹੋਣਾ। ਤੁਹਾਡੇ ਮਨ ਦੇ ਵਿੱਚ ਜ਼ਰੂਰ ਸੰਤੋਖ ਪੈਦਾ ਹੋ ਜਾਊਗਾ, ਮੈਂ ਆਹ ਚੀਜ਼ ਦਾਨ ਦੇ ਦਿੱਤੀ ਹੈ। ਦੇਣੇ ਕੈ ਵਿਚਾਰ, ਤੁਹਾਡੇ ਦੇਣ ਦੇ ਨਾਲ ਤੁਹਾਡਾ ਮਨ ਆ ਤੁਸੀਂ ਆਹ ਚੀਜ਼ ਦਿੱਤਾ ਤਾਂ ਸੰਤੋਖ ਆਇਆ, ਲੇਕਿਨ ਪਰਮਾਤਮਾ ਨੂੰ ਕੀ ਚਾਹੀਦਾ ਹੈ ਜਾਂ ਅਗਲੇ ਨੂੰ ਕੀ ਚਾਹੀਦਾ ਇਹ ਤੁਸੀਂ ਨਹੀਂ ਜਾਣਦੇ। ਹੁਣ ਜੇ ਤੁਸੀਂ ਮੰਨ ਲਓ ਕਿਸੇ ਭਿਖਾਰੀ ਨੂੰ ਦਾਨ ਦਿੰਦੇ ਹੋ, ਇਹਨੂੰ ਉਹ 1 ਰੁਪਈਆ ਮੰਗਦਾ, ਤੁਸੀਂ 100 ਰੁਪਈਏ ਦੇ ਦਿੰਦੇ ਹੋ। ਅਗਲਾ ਜਾ ਕੇ
ਠੇਕੇ ਦਾ ਜਦੋਂ ਪਊਆ ਲੈ ਕੇ ਪੀ ਲੈਂਦਾ, ਫਿਰ ਤੁਹਾਡੇ ਦਾਨ ਦਿੱਤੇ ਦਾ ਕੀ ਫਾਇਦਾ ਉਹਦਾ? ਅਗਲੇ ਨੂੰ ਕੀ ਪਤਾ ਕੀ ਚਾਹੁੰਦਾ ਆ। ਗੱਲ ਤੇ ਉਹਦੇ ਕਰਨ ਦੇ ਉੱਤੇ ਨਾ। ਸਾਹਿਬ ਉਹੀ ਗੱਲ ਕਹਿਣ ਲੱਗੇ, ਸਤੀਆਂ ਮਨ ਸੰਤੋਖ ਉਪਜੈ। ਤੁਸੀਂ ਤੇ 100 ਰੁਪਇਆ ਦੇ ਕੇ ਉਹਦਾ ਆਪਣੇ ਵੱਲੋਂ ਆਖੇ ਵੀ ਹਾਂ ਮੈਂ ਇਹਦਾ ਭਲਾ ਕਰਤਾ, ਮੈਂ ਤੇ ਆਪਣੇ ਵੱਲੋਂ ਸੰਤੋਖ ਕਰ ਲਿਆ ਕਿ ਮੈਂ ਇਹਨੂੰ ਦਾਨ ਦਿੱਤਾ, ਇਹਦੇ ਇੱਕ ਮੰਗਿਆ ਮੈਂ ਇਹਨੂੰ 100 ਦੇ ਦਿੱਤੇ। ਲੇਕਿਨ ਦੇਣੇ ਕਹਿ ਵੀ 4, ਜਦੋਂ ਦੇ ਰਹੇ ਆ ਉਹਦਾ ਕੀ ਵਿਚਾਰ ਇਹਦੇ ਉੱਤੇ, ਉਹਨੇ ਇਹਨੂੰ ਕਿਸ ਰੂਪ 'ਚ ਵਰਤਿਆ ਹੈ। ਜੇਕਰ ਤੁਹਾਡਾ ਉਹ ਜਿਹੜਾ ਦਾਨ ਕੀਤਾ ਹੋਇਆ ਹੈ ਜੇਕਰ ਗਲਤ ਥਾਂ ਦੇ ਉੱਤੇ ਜਾ ਰਿਹਾ, ਫਿਰ ਤੇ ਉਹਦਾ ਕੀਤਾ ਹੋਇਆ ਦਾਨ ਉਹ ਨੁਕਸਾਨ ਦੇ ਗਿਆ, ਫਾਇਦਾ ਨਹੀਂ ਦਿੱਤਾ, ਬਲਕਿ ਉਸ ਨੇ ਪਊਏ ਦੇ ਨਾਲ ਪੀ ਕੇ, ਸ਼ਰਾਬ ਪੀ ਕੇ ਉਹਦਾ ਨੁਕਸਾਨ ਕੀਤਾ। ਤੁਸੀਂ ਆਪਣੇ ਵੱਲੋਂ ਭਲਾ ਕੀਤਾ, ਲੇਕਿਨ ਉਹਦਾ ਬੁਰਾ ਹੋਇਆ। ਉਹ ਕੱਲ੍ਹ ਨੂੰ ਕਿਤੇ ਡਿੱਗ ਕੇ ਉਹਦੀ ਮੌਤ ਹੋ ਜੇ, ਕੁਛ ਅਬੀ-ਨਬੀ ਹੋ ਜੇ, ਤੇ ਉਹਦਾ ਨੁਕਸਾਨ ਹੋਇਆ ਕਿ ਭਲਾ ਹੋਇਆ, ਇਹੀ ਆਪ ਸੋਚਣਾ। ਉਹਦਾ ਨੁਕਸਾਨ ਹੋਏਗਾ। ਅਸਲੀਅਤ ਕੁਝ ਚੀਜ਼ਾਂ ਸਾਨੂੰ ਦੂਰ ਅੰਦੇਸ਼ੀ ਦੇ ਨਾਲ ਸਾਨੂੰ ਜੇ ਦਾਨ ਦੇਣਾ ਹੈ ਤੇ ਦਾਨ ਕਿਵੇਂ ਦੇਣਾ ਹੈ, ਗੁਰੂ ਪਾਤਸ਼ਾਹ ਨੇ ਸਾਰੀਆਂ ਚੀਜ਼ਾਂ ਸਾਨੂੰ ਗੁਰਮਤ ਦੇ ਅਨੁਸਾਰ ਸਮਝਾਉਣੀਆਂ ਕੀਤੀਆਂ ਨੇ। ਸਾਹਿਬ ਕਹਿਣ ਲੱਗੇ, ਦੇ ਦੇ ਮੰਗੈ ਸਹਸਾ ਗੁਣਾ, ਸ਼ੋਭ ਕਰੇ ਸੰਸਾਰ। ਅਸੀਂ ਦਾਨ ਜਿਹੜਾ ਦਿੰਦੇ ਹਾਂ ਨਾ, ਇੱਕ ਦਾਨ ਦੇ ਕੇ ਉਸ ਤੋਂ ਹਜ਼ਾਰਾਂ ਗੁਣਾ ਵੱਧ ਲੈ ਲੈਂਦੇ ਹਾਂ। ਦੇ ਦੇ ਮੰਗੈ ਸਹਸਾ ਗੁਣਾ, ਦੇ ਕੇ ਗੁਰੂ ਦੇ ਦਰ ਦੇ ਉੱਤੇ ਕੁਝ ਦੇ ਕੇ ਉਸ ਤੋਂ ਹਜ਼ਾਰਾਂ ਗੁਣਾ ਵੱਧ ਗੁਰੂ ਦੇ ਕੋਲੋਂ ਮੰਗ ਲੈਂਦੇ ਹਾਂ। ਦੇ ਦੇ ਮੰਗੈ ਸਹਸਾ ਗੁਣਾ, ਸ਼ੋਭ ਕਰੇ ਸੰਸਾਰ। ਅਤੇ ਸੰਸਾਰ ਦੇ ਵਿੱਚ ਅਸੀਂ ਸ਼ੋਭਾ ਕਰਦੇ ਹਾਂ, ਵਡਿਆਈ ਕਰਦੇ ਹਾਂ। ਹੁਣ ਗੁਰੂ ਦੇ ਆਖੇ ਸੱਚੇ ਪਾਤਸ਼ਾਹ ਮੇਰੇ ਘਰ ਪੁੱਤ ਹੋ ਜਾਏ, ਪੁੱਤ ਦੇ ਵਾਸਤੇ ਅਸੀਂ ਬਾਅਦ ਅਸੀਂ ਹਨ ਵੀ ਅਸੀਂ ਅਖੰਡ ਪਾਠ ਕਰਵਾ ਲਿਆ, ਕਿ ਅਸੀਂ ਗੁਰੂ ਦੇ ਦਰ ਤੋਂ ਮੰਗੀ ਸੀ, ਅਖੰਡ ਪਾਠ ਕਰਵਾ ਲਿਆ ਅਤੇ ਅਸੀਂ ਗੁਰੂ ਦਾ ਭਾਰਾ ਲਾ ਦਿੱਤਾ। ਉਹਦੇ ਵਾਸਤੇ ਤਾਂ ਸਾਰੀ ਉਮਰ ਵਾਸਤੇ ਮੰਗ ਲਿਆ ਅਤੇ ਪਾਠ ਇੱਕ ਕਰਵਾ ਲਿਆ। ਗੱਲ ਤਾਂ ਸੀ ਕਿ ਉਹਦੇ ਮੰਗ ਜਿਹੜੀ ਮੰਗੀ ਸੀ ਉਹਨੂੰ 1000 ਗੁਣਾ, ਅਸੀਂ 1000 ਗੁਣਾ ਉਹਦਾ ਹੀ ਫਲ ਲੈ ਲਿਆ। ਦੇ ਦੇ ਮੰਗਿਆ ਸਹਸਾ ਗੁਣਾ, ਸ਼ੋਭ ਕਰੇ ਸੰਸਾਰ। ਅਤੇ ਅਸੀਂ ਸਾਰੇ ਸੰਸਾਰ ਦੇ ਵਿੱਚ ਆਪਣੀ ਸ਼ੋਭਾ ਵਧਾਉਣ ਦੇ ਵਾਸਤੇ ਇਹ ਸਾਰਾ ਕਰਮ ਕਰਦੇ ਹਾਂ। ਅਤੇ ਸੱਚੇ ਪਾਤਸ਼ਾਹ ਕਹਿੰਦੇ ਕਿ ਭਲਿਆ ਇਹ ਜੀਵਨ ਦੇ ਵਿੱਚ ਕਰਮ ਤੂੰ ਨਾ ਕਰ। ਜੇਕਰ ਤੂੰ ਕਰਨਾ ਹੈ ਅਤੇ ਜੇਕਰ ਮੰਗਣਾ ਹੈ ਅਤੇ ਪ੍ਰਮਾਤਮਾ ਕੋਲੋਂ ਨਾਮ ਦੀ ਦਾਤ ਮੰਗ। ਨਾਮ ਦੀ ਦਾਤ ਮੰਗਣ ਦੇ ਨਾਲ ਤੈਨੂੰ 1000 ਗੁਣਾ ਦਾਤਾਂ ਆਪਣੇ ਆਪ ਪ੍ਰਮਾਤਮਾ ਨੇ ਦੇ ਦੇਣ। ਸਹਸਾ ਗੁਣਾ, ਸ਼ੋਭ ਕਰੇ ਸੰਸਾਰ। ਜੇਕਰ ਪ੍ਰਮਾਤਮਾ ਦੇ ਨਾਮ ਨੂੰ ਮੰਗੇਗਾ, ਪ੍ਰਮਾਤਮਾ ਤੈਨੂੰ 1000 ਗੁਣਾ ਨਾਮ ਦੀ ਦਾਤ ਦੇਵੇਗਾ ਅਤੇ ਤੇਰੀ ਸ਼ੋਭਾ ਵੀ ਸੰਸਾਰ ਦੇ ਵਿੱਚ ਹੋਵੇਗੀ। ਚਾਰੇ ਪਾਸੇ ਤੇਰੀ ਵਡਿਆਈ, ਤੇਰੀ ਮਹਿਮਾ ਹੋਣੀ ਸ਼ੁਰੂ ਹੋਏਗੀ। ਚੋਰਾਂ ਜਾਰਾਂ ਤੈ ਕੂੜਿਆਰਾਂ, ਖਰਾਬਾਂ ਬੇਕਾਰ। ਸੰਸਾਰ ਦੇ ਉੱਤੇ ਚੋਰ ਵੀ ਬਹੁਤਾਤ ਦੇ ਵਿੱਚ ਨੇ, ਜੀਵਨ ਨੂੰ ਖੁਆਰ ਕਰਨ ਵਾਲੇ ਵੀ ਬਹੁਤਾਤ ਦੇ ਵਿੱਚ ਬੈਠੇ ਹੋਏ ਨੇ। ਝੂਠ ਬੋਲ, ਕੂੜਿਆਰਾਂ ਤੋਂ ਭਾਵ ਹੈ ਝੂਠ ਬੋਲਣ ਵਾਲੇ ਵੀ। ਖਰਾਬਾਂ ਬੇਕਾਰ, ਖਰਾਬ ਅਤੇ ਬੇਕਾਰੀ ਬੰਦੇ ਵੀ, ਉਹਨਾਂ ਦੀ ਗਿਣਤੀ ਵੀ ਬਹੁਤਾਤ ਹੈ। ਅਸੀਂ ਜਪਜੀ ਸਾਹਿਬ ਦੇ ਵਿੱਚ ਜਦੋਂ ਪੜ੍ਹੀਏ ਨਾ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਏ ਅਸੰਖ। ਸਾਹਿਬਾਂ ਨੇ ਉੱਥੇ ਸਾਰੀ ਪੌੜੀ ਦੇ ਵਿੱਚ ਗਲਤ ਵਿਕਾਰੀ ਬੰਦਿਆਂ ਦੀ ਗੱਲ ਕੀਤੀ ਹੈ ਵੀ ਅਸੰਖ ਨੇ, ਉਹਨਾਂ ਦੀ ਗਿਣਤੀ ਵੀ ਲੱਖਾਂ ਕਰੋੜਾਂ ਨਹੀਂ। ਸੰਖ ਜਿਹੜੀ ਗਿਣਤੀ ਹੁੰਦੀ ਹੈ ਸਭ ਤੋਂ ਉੱਪਰਲੀ ਗਿਣਤੀ ਹੈ, ਲੇਕਿਨ ਅਸੰਖ ਸਾਹਿਬਾਂ ਨੇ ਆਖਿਆ ਜਿਹਦੀ ਕੋਈ ਗਿਣਤੀ ਨਹੀਂ ਹੈਗੀ। ਇਹ ਸੰਸਾਰ ਦੇ ਉੱਤੇ ਅਸੰਖ ਲੋਕ ਐਸੇ ਨੇ ਜਿਹੜੇ ਵਿਕਾਰੀ ਬਿਰਤੀਆਂ ਵਾਲੇ ਨੇ। ਇੱਕ ਹੁੰਦਾ ਖਾਏ ਚਲੈ ਐ ਥਾਉ, ਤਿਨਾ ਪਿਕਾਈ ਕਾਰ। ਇੱਕ ਹੁੰਦਾ ਖਾਏ ਚਲੈ ਐ ਥਾਉ। ਇੱਕ ਇਨਸਾਨ ਉਹ ਨੇ ਜਿਹੜੇ ਇਸ ਸੰਸਾਰ ਦੇ ਉੱਤੇ ਆਉਂਦੇ ਨੇ, ਜਿਹੜੇ ਪਿਛਲੇ ਕਰਮਾਂ ਦੇ ਪੂਰਵ ਕਰਮ ਅੰਕੁਰ ਜਬ ਪ੍ਰਗਟਿਓ ਤਾਂ ਭੇਟਿਓ ਪੁਰਖ ਰਸਕ ਵੈਰਾਗੀ। ਪੂਰਬਲੇ ਚੰਗੇ ਕਰਮ ਕੀਤੇ, ਮਨੁੱਖਾ ਜੀਵਨ ਮਿਲਿਆ ਅਤੇ ਮਨੁੱਖਾ ਜੀਵਨ ਦੇ ਵਿੱਚ ਆਣ ਕੇ ਕੋਈ ਚੰਗਾ ਕੰਮ ਨਹੀਂ ਕੀਤਾ,
ਪਿਛਲੇ ਕਰਮਾਂ ਨੂੰ ਹੀ ਇਨਸਾਨ ਖਾ ਕੇ ਹੰਢਾ ਕੇ ਚਲਾ ਗਿਆ। ਇੱਥੇ ਕੁਝ ਕੀਤਾ ਨਹੀਂ ਤੇ ਮੁੜ ਕੇ ਹੱਥ ਖਾਲੀ ਹੋ ਕੇ ਸੰਸਾਰ ਦੇ ਉੱਤੋਂ ਚਲਾ ਗਿਆ। ਇੱਕ ਹੁੰਦਾ ਖਾਏ ਚਲੇ ਐ ਥਾਉ, ਪਿਛਲੇ ਪੂਰਵਲੇ ਜਨਮਾਂ ਨੂੰ ਇੱਥੇ ਆਣ ਕੇ ਖੱਟ ਲਿਆ, ਹੰਢਾ ਲਿਆ, ਲੇਕਿਨ ਇਸ ਜੀਵਨ ਦੇ ਵਿੱਚ ਕੋਈ ਚੱਜ ਦਾ ਕੰਮ ਨਹੀਂ ਕੀਤਾ। ਤੇ ਕੀ ਹੋਇਆ? ਤਿਨਾ ਪਿਕ ਆਈ ਕਾਰ, ਉਹਨੇ ਕੁਛ ਵੀ ਇਸ ਸੰਸਾਰ ਦੇ ਉੱਤੇ ਕੀਤਾ ਨਹੀਂ, ਖਾਲੀ ਹੱਥ ਹੋ ਕੇ ਹੀ ਇਸ ਸੰਸਾਰ ਦੇ ਉੱਤੋਂ ਚਲਾ ਗਿਆ। ਤੇ ਹੋਇਆ ਕਿ ਜਲ ਥਲ ਜੀਆਂ ਪੁਰੀਆਂ ਲੋਆਂ, ਆਕਾਰ ਆਕਾਰ। ਉਹ ਪ੍ਰਭੂ ਪਰਮਾਤਮਾ ਜਿਹੜਾ ਹੈ ਜਲ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ। ਦੇਖੋ ਜਦੋਂ ਅਸੀਂ ਪੜ੍ਹਾਂਗੇ ਨਾ, ਜੱਜਾ ਤੇ ਲੱਲੇ ਸਿਹਾਰੀ ਹੈ, ਜਲ ਦੇ ਵਿੱਚ ਥਲ ਦੇ ਵਿੱਚ। ਜਲ ਥਲ ਜੀਆਂ ਪੁਰੀਆਂ ਲੋਆਂ, ਹਰੇਕ ਧਰਤੀ ਦੇ ਹਿੱਸੇ ਦੇ ਵਿੱਚ, ਹਰੇਕ ਪੁਰੀ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਆਪ ਬਿਰਾਜਮਾਨ ਹੈ। ਆਕਾਰਾਂ ਆਕਾਰ, ਹਰੇਕ ਛੋਟੇ ਆਕਾਰ ਦੇ ਵਿੱਚ ਵੀ, ਭਾਵ ਕਿ ਕੀੜੀ ਦੇ ਵਿੱਚ ਵੀ ਹੈ ਤੇ ਹਾਥੀ ਦੇ ਵਿੱਚ ਵੀ ਹੈ। ਉਹ ਸਾਰੇ ਆਕਾਰਾਂ ਆਕਾਰ, ਛੋਟੀਆਂ ਦੇ ਵਿੱਚ, ਵੱਡੀਆਂ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਆਪ ਬਿਰਾਜਮਾਨ ਹੈ। ਓਏ ਜੇ ਆਖੈ ਸੋ ਤੂੰ ਹੈ ਜਾਣੈ, ਤਿਨਾ ਪੇ ਤੇਰੀ ਸਾਰ। ਸਾਹਿਬ ਕਹਿਣ ਲੱਗੇ ਓਏ ਤੋਂ ਭਾਵ ਹੈ ਉਹ ਸਾਰੇ ਜੀਵ। ਉਹ ਪ੍ਰਭੂ ਪਰਮਾਤਮਾ ਓਏ ਜੇ ਆਖੈ ਤੂੰ ਸੋ ਤੂੰ ਹੈ ਜਾਣੈ। ਜੇਕਰ ਉਹ ਪ੍ਰਭੂ ਪਰਮਾਤਮਾ ਉਹ ਸਾਰਿਆਂ ਦੇ ਵਿੱਚ ਬਿਰਾਜਮਾਨ ਹੈ, ਉਹ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲਾ ਹੈ, ਸਾਰਿਆਂ ਦੇ ਹਿਰਦਿਆਂ ਦੀਆਂ ਜਾਣਨ ਵਾਲਾ ਹੈ। ਤਿਨਾ ਆਪੇ ਤੇਰੀ ਸਾਰ ਲੈਣ ਵਾਲਾ ਵੀ ਉਹ ਆਪ ਹੈ। ਤੇਰੀ ਸਵਾਸ ਗਰਾਸ ਦੇਣ, ਹਰੇਕ ਜੀਵ ਦੀ ਗੱਲ ਕਰਦੇ ਹੋਏ ਸਾਹਿਬ ਕਹਿਣ ਲੱਗੇ ਕਿ ਉਹ ਸਾਰਿਆਂ ਦੀ ਸੰਭਾਲ, ਸਾਰਿਆਂ ਦੀ ਸਾਰ ਲੈਣ ਵਾਲਾ ਉਹ ਆਪ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਅਤੇ ਉਹ ਸਦਾ ਆਨੰਦ ਦੇ ਵਿੱਚ ਰਹਿਣ ਵਾਲਾ, ਦਿਨ ਰਾਤ ਪਰਮਾਤਮਾ ਆਨੰਦ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਨੂੰ ਸਾਰੀ ਸੋਝ ਦੇਣ ਵਾਲਾ ਹੈ। ਅਤੇ ਜਿਹੜਾ ਇਨਸਾਨ ਆਖਦਾ ਮੈਂ ਗੁਣਵਾਨ ਹਾਂ, ਮੈਂ ਗਿਆਨੀ ਬਣ ਗਿਆ, ਮੈਂ ਗੁਣਵਾਨ ਹਾਂ, ਅਤੇ ਗੁਣਵੰਤਿਆਂ ਪਾਸ਼ਾਰ। ਅਤੇ ਗੁਣਵੰਤਿਆਂ ਨੂੰ ਚਰਨ ਧੂੜ ਬਣਾਉਣ ਲੱਗਿਆਂ ਇੱਕ ਪਲ ਨਹੀਂ ਲਾਉਂਦਾ, ਲੇਕਿਨ ਜਿਹੜੇ ਉਹਦੇ ਗੁਣ ਗਾਉਣੇ ਸ਼ੁਰੂ ਕਰ ਦਿੰਦੇ ਨੇ, ਜਿਹੜੇ ਉਹਦੀ ਚਰਨ ਧੂੜ ਲੈ ਲੈਂਦੇ, ਉਹਨਾਂ ਨੂੰ ਆਪਣੇ ਦਰ 'ਤੇ ਉਹ ਪ੍ਰਵਾਨ ਕਰ ਲੈਂਦਾ ਹੈ। ਦੋਨੋਂ ਚੀਜ਼ਾਂ, ਜੇਕਰ ਗੁਣਵਾਨ ਇਨਸਾਨ ਪਰਮਾਤਮਾ ਦੇ ਚਰਨ ਧੂੜ ਲੈ ਲੈਂਦਾ ਹੈ, ਪਰਮਾਤਮਾ ਦੀ ਸਿੱਖਿਆ ਨੂੰ ਗ੍ਰਹਿਣ ਕਰ ਲੈਂਦਾ ਹੈ, ਅਤੇ ਉਹ ਉਹਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦਾ ਹੈ। ਲੇਕਿਨ ਜੇਕਰ ਗੁਣਵਾਨ ਬੰਦਾ ਜੇਕਰ ਆਪਣੇ ਅਭਿਮਾਨ ਦੇ ਵਿੱਚ ਆ ਜਾਵੇ ਅਤੇ ਉਹਨੂੰ ਉਹ ਛਾਰ ਕਰਨ ਲੱਗਿਆਂ, ਸਵਾਹ ਕਰਨ ਲੱਗਿਆਂ ਵੀ ਇੱਕ ਪਲ ਨਹੀਂ ਲਾਉਂਦਾ। ਉਹ ਦੋਹਾਂ ਪੱਖਾਂ ਦੇ ਵਿੱਚ ਹੀ ਉਹ ਪ੍ਰਭੂ ਪਰਮਾਤਮਾ ਉਹ ਹਮੇਸ਼ਾ ਸਿਧਾਂਤਕ ਤੌਰ ਦੇ ਉੱਤੇ ਤੁਲ ਰੱਖਦਾ ਹੈ। ਮਹਲਾ ਪਹਿਲਾ ਮਿੱਟੀ ਮੁਸਲਮਾਨ ਕੀ, ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਇੱਥੇ ਇੱਕ ਮਿੱਥ ਮੰਨੀ ਜਾਂਦੀ ਹੈ ਇਸਲਾਮ ਧਰਮ ਦੇ ਵਿੱਚ ਕਿ ਜੋ ਕਬਰਾਂ ਦੇ ਵਿੱਚ ਜੀਵ ਮੌਤ ਹੁੰਦੀ ਹੈ, ਉਹਨਾਂ ਨੂੰ ਦਫਨ ਕੀਤਾ ਜਾਂਦਾ ਹੈ ਅਤੇ ਕਬਰਾਂ ਦੀ ਮਿੱਟੀ ਜਿਹੜੀ ਹੈ ਚੀਕਣੀ ਹੁੰਦੀ ਹੈ। ਇਹਦੇ ਨਾਲ ਇਤਿਹਾਸ ਦੀ ਘਟਨਾ ਵੀ ਜੁੜੀ ਹੈ। ਅਤੇ ਜਦੋਂ ਉਹ ਘੁਮਿਆਰ ਲੋਕ ਮਿੱਟੀ ਕੱਢ ਕੇ ਲੈ ਕੇ ਆਉਂਦੇ ਨੇ ਕਬਰਾਂ ਦੀ, ਅਤੇ ਉਹਨਾਂ ਨੂੰ ਕਬਰਾਂ ਦੇ ਵਿੱਚੋਂ ਮਿੱਟੀ ਜਿਹੜੀ ਲਿਆਂਦੀ ਹੈ, ਜਦੋਂ ਉਹਨਾਂ ਨੂੰ ਗੁੰਨ ਕੇ ਚੱਕ ਦੇ ਉੱਤੇ ਚਾੜ੍ਹ ਕੇ ਬਰਤਨ ਬਣਾ ਕੇ, ਘੜ ਭਾਂਡੇ ਇੱਟਾਂ ਕੀਆਂ ਜਲਤੇ, ਜਦੋਂ ਇੱਟਾਂ ਬਣਾ ਕੇ ਫਿਰ ਉਹਨੂੰ ਕੋਲੇ ਵਿੱਚ ਰੱਖ ਕੇ ਅੱਗ ਬਾਲਦੇ ਨੇ ਅਤੇ ਅੰਗਿਆਰ ਸੜਦੇ ਨੇ। ਅਤੇ ਉਹਨਾਂ ਦਾ ਮਤ ਹੈ ਕਿ ਜਿਨ੍ਹਾਂ ਦੇ ਚੰਗੇ ਕਰਮ ਨਹੀਂ ਹੈ, ਉਹਨਾਂ ਨੂੰ ਉਸੇ ਅੰਗਿਆਰਾਂ ਦੀ ਨਰਕ ਦੀ ਭੱਠੀ ਦੇ ਵਿੱਚ ਸੜਨਾ ਪੈਂਦਾ ਹੈ। ਲੇਕਿਨ ਸੱਚੇ ਪਾਤਸ਼ਾਹ ਇੱਥੇ दूसरे पासे ਜਦੋਂ अकबर बादशाह ਦੇ ਦਰ ਦੇ ਉੱਤੇ ਰਾਮ ਰਾਏ ਨੇ, राम राय ने 'ਤੇ ਉਹ 'ਤੇ 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 '
ਇੱਥੇ ਸ਼ਬਦ ਵਰਤਣਾ ਕੀਤਾ ਸੀ ਕਿ ਮਿੱਟੀ ਮੁਸਲਮਾਨ ਕੀ ਪੇੜੇ ਭਈ ਘੁਮਿਆਰ। ਇਹ ਸ਼ਬਦ ਪੜ੍ਹਿਆ ਤੇ ਸਾਡੇ ਮੁਸਲਮਾਨਾਂ ਦੀ ਗੁਰਬਾਣੀ ਵਿੱਚ ਹੇਠੀ ਕੀਤੀ ਗਈ ਹੈ। ਤੇ ਰਾਮ ਰਾਏ ਨੇ ਇਹ ਗੱਲ ਆਖ ਦਿੱਤੀ ਸੀ ਕਿ ਇਹ ਮੁਸਲਮਾਨਾਂ ਦੀ ਗੱਲ ਨਹੀਂ ਹੈ, ਬਲਕਿ ਇੱਥੇ ਬੇਈਮਾਨਾਂ ਦੀ ਗੱਲ ਕੀਤੀ ਹੈ। ਮਿੱਟੀ ਬੇਈਮਾਨ ਕੀ ਆਖ ਦਿੱਤਾ ਸੀ। ਤੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਹਰਿਰਾਏ ਜੀ ਮਹਾਰਾਜ ਜੀ ਨੇ ਸੁਨੇਹਾ ਭੇਜ ਦੇਣਾ ਕੀਤਾ ਕਿ ਤੂੰ ਗੁਰੂ ਨਾਨਕ ਦੀ ਬਾਣੀ ਤਬਦੀਲ ਕੀਤੀ ਹੈ, ਤੂੰ ਜਿੱਧਰ ਨੂੰ ਮੂੰਹ ਹੈ ਉੱਧਰ ਨੂੰ ਚਲਾ ਜਾਏ, ਸਾਡੇ ਮੱਥੇ ਨਾ ਲੱਗੀ। ਭਾਵ ਕਿ ਆਪਣੇ ਪੁੱਤ ਨੂੰ ਬੇਘਰ ਕਰ ਦਿੱਤਾ ਸੀ, ਬੇਦਖਲ ਕਰ ਦਿੱਤਾ ਸੀ, ਸਿਰਫ ਤੇ ਸਿਰਫ ਇੱਕ ਸ਼ਬਦ ਗੁਰਬਾਣੀ ਦੇ ਬਦਲਣ ਦੇ ਕਰਕੇ। ਹੁਣ ਸਾਹਿਬ ਕਹਿਣ ਲੱਗੇ ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਸਾਹਿਬ ਕਹਿਣਗੇ ਕਬਰਾਂ ਦੀ ਮਿੱਟੀ ਜੇਕਰ ਉਹਨੂੰ ਮਿੱਟੀ ਤੋਂ ਘੁਮਿਆਰ ਨੇ ਘੜ ਕੇ ਬਰਤਨ ਬਣਾਏ ਤੇ ਜੇਕਰ ਬਰਤਨ ਬਣਾ ਕੇ ਅੱਗ ਦੇ ਵਿੱਚ ਸਾੜੇ ਤੇ ਸਾੜਨ ਦੇ ਨਾਲ ਪਕਾਉਣ ਵਾਸਤੇ ਉਸ ਨੂੰ ਸਾੜਿਆ, ਜਲਦੀ ਕਰੇ ਪੁਕਾਰ। ਜਿਉਂ-ਜਿਉਂ ਸੜਦੇ ਪਏ ਨੇ ਉਹ ਪੁਕਾਰਾਂ ਕਰਦੇ ਪਏ ਨੇ, ਜਲ ਜਲ ਰੋਵੈ ਬਪੋੜੀ ਝੜ ਪਵੇਂ ਅੰਗਿਆਰ। ਜਿਉਂ-ਜਿਉਂ ਉਹ ਜਲਦੇ ਪਏ ਨੇ ਉਹ ਮਿੱਟੀ ਰੋਂਦੀ ਪਈ ਹੈ ਤੇ ਅੰਗਿਆਰ ਝੜ ਕੇ ਪੈਂਦੇ ਪਏ ਨੇ। ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਜਿਸ ਜੀਵ ਨੇ ਜੋ ਵੀ ਕਰਮ ਕੀਤੇ ਨੇ ਉਹ ਸਾਹਿਬ ਇੱਥੇ ਆਖਣ ਲੱਗੇ, ਕਹਿਣ ਲੱਗੇ ਭਲਿਓ ਮਿੱਟੀ ਦੇ ਸੜਨ ਦੇ ਨਾਲ ਕੋਈ ਰੂਹਾਂ ਦਾ ਕੋਈ ਮਤਲਬ ਨਹੀਂ ਹੈਗਾ। ਜਿਹੜੇ ਕਰਮ ਇਨਸਾਨ ਨੇ ਕੀਤੇ ਨੇ ਨਾ ਉਹ ਪਰਮਾਤਮਾ ਜਾਣਦਾ ਹੈ, ਉਹ ਅਕਾਲ ਪੁਰਖ ਜਾਣਦਾ ਹੈ। ਇਕੱਲਾ ਸਰੀਰ, ਜਿਸ ਦਿਨ ਸਰੀਰ ਦੇ ਵਿੱਚੋਂ ਆਤਮਾ ਨਿਕਲ ਗਈ, ਸਰੀਰ ਦੀ ਤੇ ਮੌਤ ਹੋ ਗਈ, ਉਸ ਦਿਨ ਤੇ ਲੇਖਾ ਜੋਖਾ ਖਤਮ ਹੋ ਗਿਆ, ਉਹ ਤੇ ਪਰਮਾਤਮਾ ਦੇ ਦਰ ਦੇ ਉੱਤੇ ਰਹਿ ਗਈ। ਇਹ ਤੇ ਕੇਵਲ ਸਰੀਰ, ਚਾਹੇ ਉਸ ਨੂੰ ਜਲ ਦੇ ਵਿੱਚ ਫਨਾਹ ਕਰ ਦੇਵੋ, ਖਤਮ ਕਰ ਦੇਵੋ, ਅੱਗ ਦੇ ਵਿੱਚ ਫਨਾਹ ਕਰ ਦਿਓ, ਜ਼ਮੀਨ ਦੇ ਵਿੱਚ ਦਫਨ ਕਰ ਦਿਓ, ਉਹਦੀ ਕੋਈ ਵਜੂਦ ਨਹੀਂ ਰਹਿ ਜਾਣਾ, ਉਹ ਉੱਥੇ ਹੀ ਖਤਮ ਹੋ ਜਾਣਾ ਤੇ ਉਹਦੇ ਵਿੱਚ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਸਾਹਿਬ ਉਹਨਾਂ ਮੁਸਲਮਾਨਾਂ ਨੂੰ ਸਮਝਾਉਂਦਿਆਂ ਹੋਏ ਇਹ ਗੱਲ ਆਖਣਾ ਕੀਤਾ, ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ। ਅਸਲ 'ਚ ਜੋ ਮਾਲਕ ਨੂੰ ਹੁੰਦਾ ਹੈ ਉਹੀ ਹੋਣਾ ਹੈ। ਹੋਰ ਇਸ ਤਰੀਕੇ ਦੇ ਨਾਲ ਕੋਈ ਜਲਣ ਦੇ ਨਾਲ ਕੋਈ ਵੱਖਰੇ ਤੌਰ ਦੇ ਉੱਤੇ ਕੁਝ ਨਹੀਂ ਹੋਣ ਵਾਲਾ। ਉਹ ਇੱਥੇ ਰੂਹਾਂ ਕੋਈ ਬੈਠੀਆਂ ਨਹੀਂ ਹੈਗੀਆਂ, ਉਹ ਰੂਹਾਂ ਸੜਦੀਆਂ ਨਹੀਂ ਕੋਈ ਹੈਗੀਆਂ। ਉਹ ਰੂਹ ਤੇ ਉਸੇ ਪਰਮਾਤਮਾ ਦੇ ਦਰ ਦੇ ਉੱਤੇ ਕਦੋਂ ਦੀ ਪ੍ਰਵਾਨ ਹੋਈ ਜਾਂ ਨਹੀਂ ਹੋਈ, ਉਹ ਤੇ ਕਦੋਂ ਦੀ ਇਸ ਸਰੀਰ ਨੂੰ ਛੱਡ ਕੇ ਚਲੇ ਗਈ। ਤੇ ਤੁਸੀਂ ਕਿਹੜੀਆਂ ਰੂਹਾਂ ਦੀ ਗੱਲ ਕਰਦੇ ਹੋ, ਕਿਹੜੀਆਂ ਆਤਮਾਵਾਂ ਦੀ ਗੱਲ ਕਰਦੇ ਹੋ? ਉਹ ਆਤਮਾ ਕਿਤੇ ਬੈਠੀ ਥੋੜ੍ਹੀ ਹੈ। ਸਾਹਿਬ ਪੌੜੀ ਦੇ ਅੰਦਰ ਬਚਨ ਕਰਨ ਲੱਗੇ, ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਾਹਿਬ ਕਹਿਣਗੇ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਦੇਖ ਲਵੋ, ਬਿਨ ਸਤਿਗੁਰ ਕਿਨੈ ਨਾ ਪਾਇਓ। ਹੁਣ ਤੱਕ ਜਦੋਂ ਤੋਂ ਸਦੀਆਂ ਤੋਂ ਲੈ ਕੇ ਦੇਖ ਲਵੋ, ਜਿੰਨੇ ਇਤਿਹਾਸ ਦੀਆਂ ਰਾਜਿਆਂ ਮਹਾਰਾਜਿਆਂ ਦੀਆਂ ਜਾਂ ਜਿੰਨੇ ਵੀ ਪਰਮਾਤਮਾ ਨੂੰ ਪਾਉਣ ਦੀ ਗੱਲ ਕੀਤੀ, ਉਹਨੂੰ ਸਤਿਗੁਰੂ ਤੋਂ ਬਗੈਰ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਤੋਂ ਬਗੈਰ ਪਰਮਾਤਮਾ ਦੀ ਪ੍ਰਾਪਤੀ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਗੈਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਗੁਰੂ ਤੋਂ ਬਗੈਰ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਤੇ ਅਗਲੀ ਵੀ ਗੱਲ ਕਹਿ ਦਿੱਤੀ ਕਿ ਸਤਿਗੁਰੂ ਤੋਂ ਬਗੈਰ ਕਿਸੇ ਨੂੰ ਪ੍ਰਾਪਤ ਵੀ ਪਰਮਾਤਮਾ ਨਹੀਂ ਹੋਣਾ। ਪਿਛਲੀ ਤੋਂ ਲੈ ਕੇ ਆਦਿ ਤੋਂ ਲੈ ਕੇ ਮੱਧ ਤੋਂ ਲੈ ਕੇ ਅੰਤ ਤੱਕ ਗੱਲ ਕਹਿ ਦਿੱਤੀ ਕਿ ਪਰਮਾਤਮਾ ਤੋਂ ਬਗੈਰ ਕਿਸੇ ਨੂੰ ਹੋਰ ਪਰਮਾਤਮਾ ਨਹੀਂ ਜੇ ਪ੍ਰਾਪਤ ਹੋਣਾ। ਵਿੱਚ ਸਤਿਗੁਰ ਵਿੱਚ ਆਪ ਰੱਖਿਓਨ, ਪਰਮਾਤਮਾ ਨੇ, ਸਤਿਗੁਰੂ ਨੇ ਸਾਡੇ ਜੀਵਨ ਦੇ ਵਿੱਚ ਪਰਮਾਤਮਾ ਆਪ ਰੱਖਿਆ ਹੋਇਆ ਆ। ਇਹ ਸਰੀਰਾ ਮੇਰਿਆ ਤੁਮਨੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ। ਸਤਿਗੁਰ ਵਿੱਚ ਆਪ ਰੱਖਿਓਨ, ਪਰਮਾਤਮਾ ਸਾਡੇ ਵਿੱਚ ਆਪ ਰੱਖਿਆ ਹੋਇਆ ਹੈ। ਕਰ ਪ੍ਰਗਟ ਆਖ ਸੁਣਾਇਆ, ਸਾਨੂੰ ਗੁਰਬਾਣੀ ਕਹਿ ਕਹਿ ਕੇ ਕੰਨਾਂ ਦੇ ਰਾਹੀਂ, ਅੱਖਾਂ ਦੇ ਰਾਹੀਂ, ਜ਼ੁਬਾਨ ਦੇ ਰਾਹੀਂ ਆਖਦੇ ਪਏ ਨੇ, ਕਰ ਪ੍ਰਗਟ ਆਪ ਸੁਣਾਇਆ।
ਆਪ ਪ੍ਰਗਟ ਕਰਕੇ ਸੁਣਾ ਕੇ ਦੱਸ ਕੇ ਸਪਸ਼ਟ ਕਰਦੇ ਪਏ ਨੇ ਕਿ ਭਲਿਓ ਸਤਿਗੁਰੂ ਤੋਂ ਬਗੈਰ, ਪ੍ਰਮਾਤਮਾ ਤੋਂ, ਗੁਰੂ ਤੋਂ ਬਗੈਰ, ਗੁਰੂ ਵਾਲੇ ਬਣਨ ਤੋਂ ਬਗੈਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਜਿੱਥੇ ਮਰਜ਼ੀ ਟੱਕਰਾਂ ਮਾਰ ਲਈਏ, ਗੁਰੂ ਵਾਲੇ ਬਗੈਰ ਸਿੱਖ ਧਰਮ ਦੇ ਅੰਦਰ ਗੁਰੂ ਵਾਲੇ ਬਣਨਾ ਹੈ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੀ ਪੈਣਾ ਹੈ। ਉਸ ਤੋਂ ਬਗੈਰ ਕੋਈ ਹੀਲਾ ਵਸੀਲਾ ਹੈ ਨਹੀਂ। ਜਿੱਥੇ ਮਰਜ਼ੀ ਟੱਕਰਾਂ ਮਾਰ ਲਈਏ, ਕੁਝ ਹੋਰ ਪ੍ਰਾਪਤੀ ਨਹੀਂ ਹੋਣ ਵਾਲੀ। ਦੁਨੀਆ ਅੰਦਰੋਂ ਕੋਈ ਇਨਸਾਨ ਪਰਮਾਤਮਾ ਨੂੰ ਮਿਲਾ ਨਹੀਂ ਜੇ ਸਕਦਾ, ਕਿਉਂਕਿ ਦੁਨੀਆ ਦੇ ਵਿੱਚ ਜਿਹੜੇ ਖੁਦ ਇਨਸਾਨ ਨੇ ਅਜੇ ਉਹ ਆਪ ਮਿਲੇ ਹੋਏ ਨਹੀਂ ਹੈ। ਉਹ ਕਿਸੇ ਨੂੰ ਕੀ ਮਿਲਾ ਸਕਦੇ ਆ? ਮਿਲਾਉਣਾ ਤੇ ਸ਼ਬਦ ਗੁਰੂ ਨੇ, ਮਿਲਾਉਣਾ ਗੁਰਬਾਣੀ ਨੇ, ਤੇ ਗੁਰਬਾਣੀ ਨੂੰ ਗੁਰੂ ਧਾਰਨ ਕਰਨ ਵਾਸਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੀ ਪੈਣਾ ਹੈ। ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ। ਜਿਹੜਾ ਸਤਿਗੁਰੂ ਨੂੰ ਮਿਲ ਜਾਂਦਾ ਹੈ ਨਾ, ਉਹ ਸਦਾ ਦੇ ਲਈ ਉਹਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਜੀਵਨ ਮੁਕਤ ਹੋ ਜਾਂਦਾ ਹੈ ਜਿਹੜਾ ਸਤਿਗੁਰੂ ਨੂੰ ਮਿਲ ਪੈਂਦਾ ਹੈ। ਜਦੋਂ ਗੁਰੂ ਵਾਲੇ ਬਣ ਜਾਂਦੇ ਆ, ਜੋ ਆਪਣਾ ਜੀਵਨ ਨੂੰ ਸਵਾਰਨਾ ਸ਼ੁਰੂ ਕਰਨ। ਦੇਖੋ ਸਿੱਖ ਧਰਮ ਦੇ ਅੰਦਰ ਜਦੋਂ ਅੰਮ੍ਰਿਤ ਛਕ ਲੈਣਾ, ਸਿਰਫ 4 ਚੀਜ਼ਾਂ ਦੀ ਗੱਲ ਮਨਾਈ ਹੈ। 4 ਕੁਰੈਤਾਂ ਤੋਂ ਬਚਣਾ, ਬਾਕੀ ਜ਼ਿੰਦਗੀ ਆਰਾਮ ਨਾਲ ਜੀਓ। ਕੋਈ ਕਿਤੇ ਕੋਈ ਵਹਿਮ ਭਰਮ ਭੁਲੇਖੇ ਕਰਮ ਕਾਂਡ ਵਿੱਚ ਪੈਣ ਦੀ ਲੋੜ ਨਹੀਂ। ਸਿਰਫ 4 ਚੀਜ਼ਾਂ। ਕੇਸ ਕਤਲ ਨਹੀਂ ਕਰਾਉਣੇ, ਤੰਬਾਕੂ ਨਹੀਂ ਖਾਣਾ, ਕੁੱਠਾ ਨਹੀਂ ਖਾਣਾ, ਪਰ ਇਸਤਰੀ ਜਾਂ ਪਰਪੁਰਸ਼ ਦਾ ਸੰਗ ਨਹੀਂ ਕਰਨਾ। ਆਹ 4 ਚੀਜ਼ਾਂ ਤੋਂ ਬਚਣਾ। ਸਾਰੀ ਜ਼ਿੰਦਗੀ ਪਰਮਾਤਮਾ ਦੇ ਖੁਸ਼ੀ ਦੇ ਵਿੱਚ ਗੁਜ਼ਾਰ ਲੈਣੀ ਤਾਂ ਕੋਈ ਮਾੜੀ ਗੱਲ ਨਹੀਂ ਹੈ। ਤੇ ਸਾਹਿਬ ਕਹਿਣ ਲੱਗੇ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਸਤਿਗੁਰੂ ਆਪ ਹਿਰਦਿਆਂ ਦੇ ਵਿੱਚੋਂ ਮੋਹ ਦੂਰ ਕਰ ਦਿੰਦਾ ਹੈ। ਤੇ ਅਖੀਰਲੀਆਂ ਪੰਕਤੀਆਂ ਦਾ ਸਾਹਿਬ ਕਹਿੰਦੇ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਅਤੇ ਸਭ ਤੋਂ ਉੱਤਮ ਇਹ ਵਿਚਾਰ ਹੈ ਜਿਹੜਾ ਚਿੱਤ, ਜਿਹੜਾ ਹਿਰਦਾ, ਜਿਹੜਾ ਸੱਚੇ ਪਰਮਾਤਮਾ ਨਾਲ ਲਾ ਲੈਂਦਾ ਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ। ਉਹ ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਹੜਾ ਜਗਤ ਦੇ ਜੀਵਨ ਦੇਣ ਵਾਲੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਰਹਿਮਤ ਕਰਨ, ਅਸੀਂ ਉਸ ਦਾਤੇ ਦੇ ਦਰ ਦੇ ਉੱਤੇ ਪ੍ਰਵਾਨ ਹੋ ਸਕੀਏ, ਤਾਂ ਕਿ ਉਸ ਮਾਲਕ ਦੇ ਨਾਲ ਜੁੜ ਸਕੀਏ, ਮਨੁੱਖਾ ਜੀਵਨ ਸਫਲ ਹੋ ਸਕੇ, ਤਾਂ ਕਿ ਮਾਲਕ ਦੇ ਦਰ ਦੇ ਉੱਤੇ ਆਇਆ ਹੋਇਆ ਲੇਖੇ ਦੇ ਵਿੱਚ ਆ ਜਾਵਣ। ਸੱਚੇ ਪਾਤਸ਼ਾਹ ਰਹਿਮਤ ਕਰਨ, ਕਹੇ ਹੋਏ ਸੁਣੇ ਹੋਏ ਬੋਲ ਹਿਰਦਿਆਂ ਦੇ ਅੰਦਰ ਵਸ ਜਾਵਣ। ਸੱਚੇ ਪਾਤਸ਼ਾਹ ਰਹਿਮਤ ਕਰਨ, ਆਪਣੇ ਚਰਨਾਂ ਕਮਲਾਂ ਪ੍ਰੀਤੀ ਪਾਉਣ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।